ਇਹ ਆਖਰਕਾਰ ਛੁੱਟਣਾ ਹੀ ਹੈ ਜਿਹਨੂੰ ਤੁਸੀਂ ਫੜਿਆ ਹੋਇਆ ਹੈ, ਕਿਉਂਕਿ ਤੁਹਾਡਾ ਇਹ ਆਪਣਾ ਨਹੀਂ ਹੈ। ਇਸੇ ਕਾਰਨ ਕਿਹਾ ਹੈ ਨਾ ਵੀ ਇਹਦੇ ਨਾਲ ਮੋਹ ਨਾ ਪਾਓ। ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈ। ਚਿਤ ਨਾ ਲਾਓ, ਚਿਤ ਨੂੰ ਹਟਾਓ। ਪਰ ਚਿਤ ਨੂੰ ਹਟਾਉਣਾ ਔਖਾ ਹੈ, ਕਠਿਨ ਹੈ। ਹਟਾਉਣਾ ਨਹੀਂ ਕੋਈ ਚਾਹੁੰਦਾ। ਤੇ ਸੱਚੀ ਬਾਣੀ ਜਿਹੜੀ ਹੈ ਨਾ ਉਹ ਕੌੜੀ ਲੱਗਦੀ ਹੈ। ਸੱਚੀ ਬਾਣੀ ਝੂਠ ਨਾਲੋਂ ਤੋੜਦੀ ਹੈ, ਸੱਚ ਨਾਲ ਜੋੜਦੀ ਹੈ, ਸੱਚ ਵੱਲ ਨੂੰ ਇਸ਼ਾਰਾ ਕਰਦੀ ਹੈ। ਤੇ ਇੱਥੇ ਇਹ ਕਿਹਾ ਗਿਆ ਹੈ ਵੀ ਆਪਣੇ ਸਤਿਗੁਰ ਵਿਟਹੋਂ ਸਦਾ ਬਲਿਹਾਰੀ, ਕਿਉਂਕਿ ਸਦਾ ਸੁਖ ਸਾਚੈ ਸ਼ਬਦ ਵਿਚਾਰੀ। ਉਹਨੇ ਸਦਾ ਸੁਖ ਦੇਣ ਵਾਲੇ ਉਪਦੇਸ਼ ਦੀ ਵਿਚਾਰ ਦੇ ਨਾਲ ਜੋੜਤਾ ਹੈ, ਖਿਆਲ ਦੇ ਨਾਲ ਜੋੜ ਦਿੱਤਾ ਹੈ। ਤੋ ਉਸ ਖਿਆਲ ਦੁਆਰਾ ਕੀ ਹੋਇਆ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ। ਜੈਸਾ ਖਿਆਲ ਪੈਦਾ ਹੋ ਜਾਂਦਾ ਹੈ ਨਾ, ਵੈਸਾ ਹੀ ਸਵਾਦ ਵੀ ਲੱਗ ਜਾਂਦਾ ਹੈ। ਖਿਆਲ ਵਿੱਚ ਰੱਖਿਓ, ਅਗਰ ਸੱਤ ਦੇ ਸ਼ਬਦ, ਸੱਤ ਵੱਲ ਨੂੰ ਜਿਹੜੇ ਇਸ਼ਾਰਾ ਕਰ ਰਹੇ ਹਨ ਸ਼ਬਦ ਪਿਆਰੇ ਲੱਗਣ ਲੱਗ ਪਏ ਤੁਹਾਨੂੰ, ਤੇ ਤੁਹਾਨੂੰ ਉਧਰ ਦਾ ਸਵਾਦ ਆਉਣ ਲੱਗ ਜਾਵੇਗਾ ਉਸ ਬਾਣੀ ਦਾ, ਸੱਤ ਦੀ ਬਾਣੀ ਦਾ। ਮਨ ਤ੍ਰਿਪਤਾ ਹਰ ਨਾਮ ਧਿਆਏ। ਕਹਿੰਦੇ ਫਿਰ ਮਨ ਜਿਹੜਾ ਨਾ ਤ੍ਰਿਪਤਿਆ, ਤ੍ਰਿਪਤ ਹੋ ਗਿਆ। ਕਿਹਦੇ ਵੱਲੋਂ? ਸੰਸਾਰ ਵੱਲੋਂ, ਰੱਜ ਗਿਆ। ਉੱਦਾਂ ਨਹੀਂ ਰੱਜਦਾ ਹੈ ਆਦਮੀ। ਅਗਰ ਕੋਈ ਸੋਚ ਲਵੇ ਨਾ ਵੀ ਮੈਂ ਸੰਸਾਰ ਦੇ ਵਿੱਚ ਸਾਰੇ ਹੀ ਸੁੱਖ ਮਾਣ ਲਵਾਂ ਤੇ ਫਿਰ ਰੱਜ ਜਾਵਾਂ, ਐਸਾ ਕਦੀ ਨਹੀਂ ਹੋਇਆ ਹੈ, ਨਾ ਹੀ ਹੋ ਸਕਦਾ ਹੈ। ਕਿਉਂਕਿ ਮਨ ਨਵੇਂ ਨਵੇਂ ਸੁੱਖਾਂ ਦੀ ਚਾਹਤ ਕਰਦਾ ਹੀ ਰਹਿੰਦਾ ਹੈ, ਤੇ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ ਹੈ ਇਹ ਮਨ। ਤੇ ਮਨ ਉਹਦਾ ਤ੍ਰਿਪਤ ਹੋ ਜਾਂਦਾ ਹੈ ਜਿਹਨੂੰ ਸੱਚ ਦੇ ਸ਼ਬਦ ਦੀ ਵਿਚਾਰ ਦੀ ਸਵਾਦ, ਸੱਚ ਦੇ ਸ਼ਬਦਾਂ ਦੇ ਖਿਆਲ ਵਿੱਚ ਸੱਚ ਵੱਲ ਨੂੰ ਚੱਲ ਪਿਆ, ਉਧਰ ਦਾ ਸਵਾਦ ਲੱਗ ਗਿਆ, ਸੱਚ ਦਾ ਸਵਾਦ ਲੱਗ ਗਿਆ। ਸ਼ਬਦਾਂ ਦੁਆਰਾ ਸੱਚ ਦੇ ਸੁਣ ਸੁਣ ਕੇ ਸਵਾਦ ਲੱਗੇਗਾ ਨਾ, ਤੇ ਝੂਠ ਵੱਲੋਂ ਹਟ ਗਿਆ, ਤ੍ਰਿਪਤ ਹੋ ਗਿਆ। ਦਰਅਸਲ ਉਦੋਂ ਹੀ ਮਨ ਹਟਦਾ ਹੈ ਜਦੋਂ ਤ੍ਰਿਪਤ ਹੋ ਜਾਵੇ, ਵੀ ਦੇਖ ਲਿਆ, ਭੋਗ ਲਿਆ, ਮਾਣ ਲਿਆ, ਜਾਣ ਲਿਆ, ਕੁਝ ਨਹੀਂ ਹੈ ਸੰਸਾਰ ਦੇ ਵਿੱਚ। ਤਦੇ ਮੈਂ ਕਹਿੰਦਾ ਵੀ ਜਦੋਂ ਸੰਸਾਰ ਨੂੰ ਜਾਣ ਲਿਆ ਵੀ ਵਿਅਰਥ ਹੈ, ਝੂਠ ਹੈ। ਜੇ ਤਾਂ ਤੁਸੀਂ ਭੋਜਨ ਕਰ ਲਿਆ, ਪੇਟ ਭਰ ਗਿਆ, ਜਦੋਂ ਪੇਟ ਭਰ ਗਿਆ ਫਿਰ ਖਾਣ ਨੂੰ ਤਾਂ ਨਹੀਂ। ਹਾਂ, ਕਈ ਨਹੀਂ ਹਟਦੇ ਹਨ, ਪੇਟ ਵੀ ਭਰ ਜਾਵੇ, ਪਰ ਜਿਹੜੇ ਸਿਆਣੇ ਮਨੁੱਖ ਹਨ ਜਦੋਂ ਪੇਟ ਭਰ ਜਾਂਦਾ ਹੈ ਕਹਿੰਦੇ ਬਸ ਤ੍ਰਿਪਤ ਹੋ ਗਏ, ਹੁਣ ਨਹੀਂ ਲੋੜ। ਇੱਦਾਂ ਹੀ ਮਨ ਤ੍ਰਿਪਤ ਹੋ ਗਿਆ ਸੰਸਾਰ ਵੱਲ, ਫਿਰ ਸੰਸਾਰ ਵੱਲ ਜਾਂਦਾ ਨਹੀਂ, ਫਿਰ ਸੰਤੋਖਿਆ ਜਾਂਦਾ ਹੈ। ਫਿਰ ਜਦੋਂ ਸੰਤੋਖਿਆ ਜਾਂਦਾ ਹੈ, ਫਿਰ ਜੋ ਅਗਲੀ ਗੱਲ, ਅਗਲੀਆਂ ਪੰਕਤੀਆਂ 'ਚ ਲਿਖਦੇ ਹਨ ਉਹ ਤੁਹਾਡੇ ਖਿਆਲ ਰੱਖਣ ਬਹੁਤ ਯੋਗ ਹੈ। ਅੱਖੀ ਸੰਤੋਖਿਆ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਕਹਿੰਦੇ ਹਨ, ਹੇ ਭਾਈ, ਗੁਰੂ ਦੀ ਸ਼ਰਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪਰਾਏ ਰੂਪ ਵੱਲੋਂ ਰੱਜ ਜਾਂਦੀਆਂ ਹਨ। ਅੰਦਰੋਂ ਮਾਇਆ ਦਾ ਪਿਆਰ ਦੂਰ
ਕਰਕੇ ਮਨੁੱਖ ਦਾ ਮਨ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ। ਪਹਿਲਾਂ ਕਿਹਾ ਹੈ ਵੀ ਪਰਾਏ ਰੂਪ ਵੱਲੋਂ ਅੱਖਾਂ ਰੱਜ ਜਾਂਦੀਆਂ ਹਨ। ਪੰਕਤੀ ਹੈ ਨਾ, ਅੱਖੀ ਸੰਤੋਖੀਆ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਭਾਵ ਹੈ ਵੀ ਪਰਾਏ ਰੂਪ ਵੱਲੋਂ ਅੱਖਾਂ ਰੱਜ ਗਈਆਂ ਤਾਂ ਸੰਤੁਸ਼ਟ ਹੋ ਗਈਆਂ ਨਾ। ਇਸ ਕਾਰਨ ਮੈਨੂੰ ਥੋੜ੍ਹਾ ਜਿਹਾ ਅਰਥ ਵੀ ਠੀਕ ਲੱਗੇ ਹਨ, ਕਿਉਂਕਿ ਇਹਨਾਂ ਨੇ ਲਿਖਿਆ ਹੈ ਰੱਜੀਆਂ, ਅਤੇ ਮੈਨੂੰ ਖਿਆਲ ਵਿੱਚ ਆ ਗਿਆ ਵੀ ਗੱਲ ਤਾਂ ਠੀਕ ਹੈ ਇਹਨਾਂ ਦੀ। ਸ਼ਾਇਦ ਇਹ ਅਰਥਕਰਤਾ ਨੂੰ ਵੀ ਇਹਨਾਂ ਖਿਆਲ ਨਾ ਹੋਵੇ ਵੀ ਜਦੋਂ ਰੱਜ ਗਈਆਂ ਅੱਖਾਂ, ਪੇਟ ਭਰ ਗਿਆ, ਭੋਜਨ ਦੀ ਜ਼ਰੂਰਤ ਨਹੀਂ ਹੈ, ਪਰ ਪਰਾਏ ਰੂਪ ਵੱਲੋਂ ਅੱਖਾਂ ਰੱਜ ਗਈਆਂ, ਫਿਰ ਦੇਖਣ ਦੀ ਕੀ ਲੋੜ ਹੈ ਪਰਾਏ ਰੂਪ? ਫਿਰ ਕਿਉਂ ਦੇਖੂਗਾ ਆਦਮੀ? ਜਦੋਂ ਰੱਜ ਹੀ ਗਈਆਂ ਅੱਖਾਂ, ਫਿਰ ਦੇਖਣ ਦੀ ਨਾ ਲੋੜ ਹੈ। ਅਤੇ ਜਿਹਦੀਆਂ ਅੱਖਾਂ ਰੱਜ ਜਾਂਦੀਆਂ ਹਨ ਉਹੋ ਹੀ ਸੰਤੋਖ ਆ, ਅਤੇ ਜਿਹੜਾ ਸੰਤੁਸ਼ਟ ਹੋ ਜਾਂਦਾ ਹੈ ਨਾ, ਫਿਰ ਏਕ ਲਿਵ ਲਾਏ। ਹੁਣ ਜਦੋਂ ਦੂਸਰਾ ਦੇਖਣਾ ਹੀ ਨਹੀਂ ਰਿਹਾ, ਖਵਾਇਸ਼ ਹੀ ਨਹੀਂ ਰਹੀ ਦੂਸਰੇ ਦੇਖਣ ਦੀ, ਅਤੇ ਫਿਰ ਇੱਕੋ ਦੀ ਲਿਵ ਲੱਗੂਗੀ ਨਾ, ਜੋ ਦੂਸਰਾ ਰਿਹਾ ਹੀ ਨਹੀਂ। ਪਰ ਮਿਟ ਗਿਆ, ਦੂਜਾ ਮਿਟ ਗਿਆ, ਦੂਜੇ ਦੇਖਣ ਦੀ ਖਵਾਇਸ਼ ਮਿਟ ਗਈ ਅਤੇ ਦੂਜਾ ਮਿਟ ਗਈ। ਦੇਖੋ ਕਿੱਡਾ ਵਧੀਆ ਪਿਆਰਾ ਹੁਕਮ ਹੈ। ਅਤੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਫਿਰ ਦੂਸਰੀ ਗੱਲ ਇਹ ਹੈ ਵੀ ਦੂਸਰੇ ਭਾਉ ਕਰਕੇ ਹੀ ਅੱਖੀਆਂ ਦੂਸਰੇ ਨੂੰ ਦੇਖਦੀਆਂ ਹਨ। ਪਹਿਲਾਂ ਮਨ ਦਾ ਹੀ ਭਾਵ ਹੁੰਦਾ ਹੈ ਨਾ, ਮਨ ਖਿਆਲ ਕਰਦਾ ਹੈ ਦੂਸਰੇ ਦਾ, ਪਰ ਦਾ, ਅਤੇ ਅੱਖੀਆਂ ਦੂਸਰੇ ਨੂੰ ਦੇਖਦੀਆਂ। ਅਤੇ ਅਗਰ ਮਨ ਹੀ ਖਿਆਲ ਨਾ ਕਰੇ ਦੂਸਰੇ ਦਾ, ਅਤੇ ਦੂਸਰੇ ਦਾ ਉਹਨਾਂ ਚਿਰ ਖਿਆਲ ਨਹੀਂ ਮਿਟਦਾ ਹੈ ਜਿੰਨਾ ਚਿਰ ਮੈਂ ਦਾ ਖਿਆਲ ਨਾ ਮਿਟੇ, ਕਿਉਂਕਿ ਮੈਂ ਤੋਂ ਹੀ ਤੂੰ ਪੈਦਾ ਹੋ ਰਹੀ ਹੈ। जब आपा पर का मिट गया जत देखूं तत तू। ਤੇ ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਤੂੰ ਵੀ ਹੈ, ਤੇ ਦੂਸਰੇ ਦੇ ਭਾਵ ਦੁਆਰਾ ਮਨ ਚੱਲ ਰਿਹਾ ਹੈ। ਇੱਕ ਦੇ ਵਿੱਚ ਲਿਵ ਨਹੀਂ ਲੱਗ ਸਕਦੀ, ਤੇ ਭਾਵ ਦੂਸਰੇ ਦਾ ਨਾ ਹੋਵੇਗਾ, ਤੇ ਦੂਸਰੇ ਦੇ ਦੇਖਣ ਦੀ ਕੋਈ ਚਾਹਤ ਵੀ ਨਹੀਂ ਹੋਵੇਗੀ, ਨਾ ਦੂਸਰੇ ਨੂੰ ਸੁਣਨ ਦੀ ਚਾਹਤ ਹੋਵੇਗੀ, ਨਾ ਬੋਲਣ ਦੀ ਚਾਹਤ ਹੋਵੇਗੀ। ਫਿਰ ਇੰਦਰੀਆਂ ਸਾਰੀਆਂ ਸੰਤੁਸ਼ਟ ਹੋ ਗਈਆਂ ਅਤੇ ਲਿਵ ਲੱਗ ਗਈ ਨਾ। ਇੰਦਰੀਆਂ ਸੰਤੁਸ਼ਟ ਹੋ ਜਾਣ, ਇੰਦਰੀਆਂ ਵੱਲੋਂ ਧਿਆਨ ਹਟ ਜਾਂਦਾ, ਅਤੇ ਧਿਆਨ ਆਪਣੇ ਆਪ ਲੱਗੇਗਾ ਨਾ ਅੰਦਰ। ਹੁਣ ਉੱਦਾਂ ਅਭਿਆਸ ਦੁਆਰਾ ਥੋੜ੍ਹੀ ਲੱਗੇਗਾ। ਹੁਣ ਇਹ ਅਭਿਆਸੀ ਅਭਿਆਸ ਕਰੀ ਜਾਂਦੇ ਹਨ, ਦੇਖ ਕੇ ਟੱਕ ਲੱਗੇ ਹੋਏ, ਲੱਖ ਸਮਝਾਓ ਇਹਨਾਂ ਨੂੰ, ਮੰਨਦੇ ਨਹੀਂ। ਅਤੇ ਅਭਿਆਸ ਕਰ ਰਹੇ ਹਨ, ਸ਼ਬਦ ਦਾ ਕੋਈ ਕਰ ਰਿਹਾ ਹੈ, ਕੋਈ ਕਾਹੇ ਦਾ ਅਭਿਆਸ ਕਰ ਰਿਹਾ ਹੈ, ਅਤੇ ਇਹਨਾਂ ਨੂੰ ਇਹ ਨਹੀਂ ਸਮਝ ਵਿੱਚ ਆ ਰਹੀ ਵੀ ਜਿੰਨਾ ਚਿਰ ਬਾਹਰੋਂ ਤ੍ਰਿਪਤ ਨਹੀਂ ਹੈ ਤੁਸੀਂ, ਅਜੇ ਬਾਹਰ ਵਾਸ਼ਨਾ ਹੈ, ਦੂਸਰੇ ਨੂੰ ਦੇਖ ਰਹੇ ਹੋ, ਦੂਸਰੇ ਦਾ ਚਿੰਤਨ ਕਰ ਰਹੇ ਹੋ, ਕੋਈ ਚਾਹਤ ਹੈ, ਅਤੇ ਮਨ ਤੁਹਾਡਾ ਤਾਂ ਬਾਹਰ ਹੀ ਰਹੇਗਾ ਨਾ। ਲਿਵ ਲੱਗੇਗੀ ਕਿਵੇਂ? ਜੇ ਲੱਗੇਗੀ ਤਾਂ ਅਧੂਰੀ ਲੱਗੇਗੀ, ਪੂਰੀ ਨਹੀਂ ਲੱਗੇਗੀ। ਲਿਵ ਵੀ ਦੋ ਟੁਕੜੇ ਹੋ ਜਾਂਦੀ ਹੈ, ਕਈਆਂ ਦੀ ਮਾੜੀ ਜਿਹੀ ਅੰਦਰ ਲੱਗੀ ਰਹਿੰਦੀ, ਬਾਕੀ ਬਾਹਰ ਲੱਗੀ ਰਹਿੰਦੀ। ਅਤੇ ਲਿਵ ਉਦੋਂ ਟੁੱਟਦੀ ਹੈ ਜਦੋਂ ਬਾਹਰੋਂ ਸੰਤੁਸ਼ਟ ਹੋ ਜਾ, ਅਤੇ ਜਿਹੜਾ ਬਾਹਰੋਂ ਸੰਤੁਸ਼ਟ ਹੋ ਗਿਆ, ਕਹਿ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋ। ਉਹ ਸੰਤੋਖੇ ਦਾ ਅਰਥ ਇਹੋ ਹੀ ਹੈ, ਸੰਤੁਸ਼ਟ ਹੋ ਗਈ। ਹੁਣ ਦੇਖਣਾ ਨਹੀਂ ਚਾਹੁੰਦੇ ਹਨ, ਜਦੋਂ ਹੁਣ ਕੋਈ ਦੇਖਣਾ ਹੀ ਨਹੀਂ ਚਾਹੁੰਦੇ ਹੋ ਤੁਸੀਂ, ਅਤੇ ਉਹੋ ਹੀ ਦੇਖੋਗੇ ਜੋ ਹੈ। ਜਦੋਂ ਸੁਣਨਾ ਹੀ ਕੁਝ ਨਾ ਚਾਹੋਗੇ ਤਾਂ ਉਹੋ ਹੀ ਸੁਣੋਗੇ ਜੋ ਹੈ। ਜਦੋਂ ਤੁਸੀਂ ਬੋਲਣਾ ਹੀ ਕੁਝ ਨਾ ਚਾਹੋਗੇ ਤਾਂ ਉਹੋ ਹੀ ਬੋਲੋਗੇ ਜੋ ਬੋਲ ਰਿਹਾ ਹੈ ਆਪਣੇ ਆਪ।
ਤੇ ਇੰਦਰੇ ਜਿਹੜੇ ਹਨ ਨਾ, ਉਹਨਾਂ ਵੱਲੋਂ ਉਦੋਂ ਹੀ ਧਿਆਨ ਹਟਦਾ ਹੈ ਜਦੋਂ ਤ੍ਰਿਪਤ ਹੋ ਜਾਓ, ਸੰਤੁਸ਼ਟ ਹੋ ਜਾਓ, ਰੱਜ ਜਾਣ, ਇੰਦਰੇ ਰੱਜ ਜਾਣ। ਦੇਖ ਦੇਖ ਕੇ ਰੱਜ ਗਈਆਂ ਅੱਖੀਆਂ, ਦੇਖ ਲਿਆ ਸਭ ਕੁਛ, ਦੂਸਰਿਆਂ ਨੂੰ ਦੇਖ ਲਿਆ, ਸੋਚ ਲਿਆ ਦੂਸਰਿਆਂ ਨੂੰ ਕੁਛ ਨਹੀਂ, ਤੇ ਦੂਸਰਿਆਂ ਬਾਰੇ ਸੋਚਣੋਂ ਹਟ ਕੇ, ਦੂਸਰਿਆਂ ਬਾਰੇ ਦੇਖਣੋਂ ਹਟ ਕੇ, ਤੇ ਲੱਗ ਗਈ ਨਾ ਲਿਵ ਕਿੱਡੀ ਛੇਤੀ। ਹੁਣ ਅਭਿਆਸ ਦੁਬਾਰਾ ਥੋੜ੍ਹੀ ਲੱਗੇਗੀ। ਲੱਖ ਅਭਿਆਸ ਕਰੋ ਤੁਸੀਂ, ਅਗਰ ਤੁਹਾਡੀ ਚਾਹਤ ਬਾਹਰ ਦੀ ਹੈ, ਦੇਖਣ ਦੀ, ਸੁਣਨ ਦੀ, ਭੋਗਣ ਦੀ, ਕੋਈ ਵੀ ਹੈ, ਤਾਂ ਉਹਨਾਂ ਚਿਰ ਧਿਆਨ ਲੱਗੇਗਾ ਨਹੀਂ, ਲਿਵ ਲੱਗ ਹੀ ਨਹੀਂ ਸਕਦੀ। ਤੇ ਅੱਖੇ ਸੰਤੋਖਿਆ ਇੱਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਮਨ ਸੰਤੁਸ਼ਟ ਹੋ ਗਿਆ, ਦੂਸਰਾ ਭਾਵ ਮਿਟ ਗਿਆ। ਦੇਹ ਸਰੀਰ ਸੁਖ ਹੋਵੈ, ਸ਼ਬਦ ਹਰਿ ਨਾਏ, ਨਾਮ ਪਰਮਲ ਹਿਰਦੇ ਰਹਿਆ ਸਮਾਏ। ਕਹਿੰਦੇ ਹਨ ਦੇਹ ਜਿਹੜਾ ਸਰੀਰ ਹੈ, ਇਹ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ। ਗੁਰੂ ਦੀ ਮਿਹਰ ਨਾਲ ਆਤਮਿਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰ ਨਾਮ ਮਨੁੱਖ ਦੇ ਹਿਰਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ। ਦੇਖੋ, ਕਹਿੰਦੇ ਹਨ ਨਾਮ ਪਰਮਲ ਹਿਰਦੇ ਰਹਿਆ ਸਮਾਏ। ਇਹ ਪਰਮਲ ਕਿਉਂ ਕਿਹਾ ਹੈ? ਸੁਗੰਧਿਤ, ਸੁਗੰਧਿਤ ਹੈ ਨਾਮ। बड़ा प्यारा है। देह शरीर सुख होवे शब्द हर नाए। कहते जिहड़ा देह है शरीर है इहदे विच भी सुख हुंदा है जदों शब्द हर नाए, जदों आदमी शब्द ਦੁਬਾਰਾ ਉਸ ਸੁਗੰਧ ਦੇ ਨਾਲ ਜੁੜ ਜਾਂਦਾ ਹੈ ਜਿਹੜੀ ਸੁਗੰਧ ਵਿਆਪਕ ਹੈ। ਦੇਖੋ ਸੁਗੰਧ ਦੇ ਨਾਲ ਵੀ ਸੁਗੰਧ ਦੁਬਾਰਾ ਵੀ ਜੁੜਿਆ ਜਾਂਦਾ ਹੈ। ਤੁਸੀਂ ਸੋਚਦੇ ਹੋ ਨਾ ਕਿ ਕਈਆਂ ਨੂੰ ਪ੍ਰਕਾਸ਼ ਦਿਖਦਾ ਹੈ, ਪ੍ਰਕਾਸ਼ ਦੁਬਾਰਾ ਹੌਲੀ ਹੌਲੀ ਇਕਾਗਰ ਹੁੰਦੇ ਆ। ਕਈਆਂ ਨੂੰ ਧੁਨ ਸੁਣਾਈ ਦਿੰਦੀ ਹੈ, ਧੁਨ ਦੁਬਾਰਾ ਇਕਾਗਰ ਹੁੰਦੇ ਆ। ਪਰ ਕਈ ਸੁਗੰਧ ਦੁਬਾਰਾ ਵੀ ਇਕਾਗਰ ਹੋ ਸਕਦੇ ਆ, ਉਹਨਾਂ ਨੂੰ ਸੁਗੰਧ ਆ ਸਕਦੀ ਹੈ। ਖਿਆਲ ਹੈ ਨਾ, ਅਗਰ ਸੁਗੰਧ ਦਾ ਖਿਆਲ ਕਰੋ ਤਾਂ ਉਹਦੀ ਸੁਗੰਧ ਵੀ ਆਵੇਗੀ, ਉਹ ਸੁਗੰਧਿਤ। ਤੋ ਸਦਾ ਹੀ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਉਹਦੀ ਸੁਗੰਧ। ਉਹ ਫਿਰ ਸੁਗੰਧ ਛੱਡਣ ਨੂੰ ਚਿੱਤ ਨਹੀਂ ਕਰਦਾ। ਜਿਵੇਂ ਭੌਰਾ ਹੈ ਮੁੜ ਮੁੜ ਕੇ ਫੁੱਲ 'ਤੇ ਬਹਿੰਦਾ, ਇੱਦਾਂ ਉਹ ਮੁੜ ਮੁੜ ਕੇ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ 'ਤੇ, ਗੁਰੂ ਵੱਲੋਂ ਆਉਂਦਾ ਹੈ ਵਾਰ-ਵਾਰ, ਕਿਉਂਕਿ ਸੱਚੇ ਸ਼ਬਦ ਨਾਲ ਪਿਆਰ ਹੋ ਗਿਆ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾ। ਕਹਿੰਦੇ ਹਨ ਉਹਨਾਂ ਦੇ ਵੱਡੇ ਭਾਗ ਹਨ। ਕਿਹਨਾਂ ਦੇ? ਹੇ ਨਾਨਕ, ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ ਜਾਗਦੀ ਹੈ, ਉਹ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ, ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ। ਵੇਖੋ ਵੈਰਾਗ ਜਿਹੜਾ ਹੈ ਨਾ, ਉਹ ਆਤਮਿਕ ਅਡੋਲਤਾ ਵਾਸਤੇ ਹੈ। ਤੇ ਵੈਰਾਗ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ। ਨਾਨਕ ਮਸਤਕ ਜਿਸ ਵਟ ਭਾਗ।
ਹੁਣ ਥੋੜ੍ਹਾ ਜਿਹਾ ਖਿਆਲ ਰੱਖਣ ਯੋਗ ਹੈ ਵੀ ਐਸਾ ਨਹੀਂ ਹੈ ਕਈ ਸੋਚ ਲੈਂਦੇ ਸਾਡੇ ਭਾਗ ਹੀ ਵੱਡੇ ਨਹੀਂ ਹਨ। ਨਹੀਂ, ਭਾਗ ਤੁਹਾਡੇ ਵੱਡੇ ਹਨ ਬਹੁਤ। ਇਸੇ ਕਾਰਨ ਹੀ ਗੁਰੂ ਕੀ ਬਾਣੀ ਸਹਿਜ ਬੈਰਾਗ। ਗੁਰੂ ਦੀ ਬਾਣੀ ਦੁਆਰਾ ਬੈਰਾਗ ਹੋਵੇਗਾ ਤੇ ਹੋ ਹੀ ਰਿਹਾ ਹੈ ਨਾ। ਤੇ ਜਿਨ੍ਹਾਂ ਨੂੰ ਬੈਰਾਗ ਹੋ ਰਿਹਾ ਸੰਸਾਰ ਵੱਲੋਂ, ਉਹਨਾਂ ਦਾ ਮਨ ਓਨਾ ਹੀ ਆਤਮਿਕ ਅਡੋਲਤਾ ਦੇ ਵਿੱਚ ਥਿਰ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿੰਨਾ ਸੰਸਾਰ ਵੱਲੋਂ ਤੁਸੀਂ ਹਟਦੇ ਗਏ, ਵੈਰਾਗ ਹੁੰਦਾ ਗਿਆ ਤਾਂ ਉਹਨਾਂ ਤਿਆਗ ਹੋਵੇਗਾ। ਜਿੰਨਾ ਤਿਆਗ ਹੋਵੇਗਾ ਉਹਨਾਂ ਹੀ ਸੱਤ ਦੇ ਵਿੱਚ ਤੁਸੀਂ ਅਡੋਲ ਹੁੰਦੇ ਜਾਓਗੇ। ਅਕਸਰ ਕਹਿੰਦੇ ਹਨ ਨਾ, ਮਨ ਡੋਲਦਾ ਹੈ। ਡੋਲਦਾ ਕਿੱਧਰ ਹੈ? ਸੰਸਾਰ ਵੱਲ। ਅਤੇ ਜੇ ਸੰਸਾਰ 'ਚ ਰਸ ਹਨ, ਸੰਸਾਰ ਦੀ ਚਾਹਤ ਹੈ, ਅਤੇ ਅਗਰ ਸੰਸਾਰ ਦੀ ਚਾਹਤ ਹੈ ਤਾਂ ਸੰਸਾਰ ਵੱਲ ਨੂੰ ਜਾਓਗੇ। ਅਤੇ ਜਿਹੜੇ ਸੰਸਾਰ ਵੱਲੋਂ ਹਟਦੇ ਗਏ, ਸੰਸਾਰ ਵੱਲੋਂ ਵੈਰਾਗ ਹੋ ਗਿਆ, ਹੁਣ ਚੰਗਾ ਨਹੀਂ ਲੱਗਦਾ, ਹੁਣ ਦੇਖਣਾ ਨਹੀਂ ਚਾਹੁੰਦੀਆਂ ਹਨ ਸੰਸਾਰ ਵਿੱਚ। ਅੱਖਾਂ ਰੱਜ ਗਈਆਂ, ਮਨ ਵੀ ਰੱਜ ਗਿਆ, ਦਿਖੇੜਾ ਸੋਚ ਲਿਆ, ਭੋਗ ਲਿਆ, ਜਾਣ ਲਿਆ। ਹੁਣ ਹਟਣ ਨੂੰ ਚਿੱਤ ਕਰਦਾ ਹੈ, ਛੱਡਣ, ਵੈਰਾਗ ਪੈਦਾ ਹੋ ਗਿਆ। ਤਾਂ ਉਹ ਆਤਮਿਕ ਅਡੋਲਤਾ ਦੇ ਵਿੱਚ ਥਿਰ ਹੁੰਦਾ ਜਾਵੇਗਾ। ਆਪਣੇ ਵਿੱਚ ਹੀ ਥਿਰ ਹੋਵੇਗਾ ਨਾ, ਬਾਹਰ ਨਹੀਂ ਜਾਵੇਗਾ ਮਨ। ਅਤੇ ਵੈਰਾਗ ਜਿਹੜਾ ਹੈ ਉਹ ਆਪਣੇ ਅੰਦਰ ਥਿਰ ਕਰਨ ਵਾਸਤੇ ਹੈ। ਗੁਰੂ ਦੇ ਸ਼ਬਦ ਦੁਆਰਾ ਵੈਰਾਗ ਹੋਵੇਗਾ ਪਹਿਲਾਂ, ਉਹ ਸੰਸਾਰ ਵੱਲੋਂ ਹਟਾਏਗਾ, ਫਿਰ ਆਤਮਿਕ ਅਡੋਲਤਾ ਦੇ ਵਿੱਚ ਥਿਰ ਹੁੰਦਾ ਹੈ।